ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਾਣੀ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੇ ਦਰਸ਼ਕੋ, ਇੱਕ ਬਾਣੀ ਚੈਨਲ ਦੇ ਰਾਹੀਂ ਅਸੀਂ ਸਮੇਂ-ਸਮੇਂ ਤੇ ਜ਼ਰੂਰੀ ਬਣਦੇ ਮੁੱਦੇ, ਜਿਨ੍ਹਾਂ ਤੇ ਗੱਲਬਾਤ ਕਰਨੀ ਜ਼ਰੂਰੀ ਹੁੰਦੀ ਹੈ ਔਰ ਕਿੰਨਾ ਸ਼ਖਸੀਅਤਾਂ ਦੇ ਰਾਹੀਂ ਇਹ ਗੱਲਬਾਤ ਹੋਣੀ ਚਾਹੀਦੀ ਹੈ, ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਰਹਿੰਦੇ ਆ। ਤੁਸੀਂ ਵੇਖ ਸਕਦੇ ਹੋ ਮੇਰੇ ਇੱਕ ਪਾਸੇ ਜਿਨ੍ਹਾਂ ਨੂੰ ਮੈਨੂੰ ਨਹੀਂ ਲੱਗਦਾ ਕਿਸੇ ਜਾਣ ਪਛਾਣ ਦੀ ਜ਼ਰੂਰਤ ਹੈ। ਹਮੇਸ਼ਾ ਹੀ ਅਕਸਰ ਹੀ ਹਰ ਇੱਕ ਮੁੱਦੇ ਨੂੰ ਲੈ ਕੇ ਬੜੇ ਬਰੀਕੀ ਦੇ ਨਾਲ ਸਾਡੀ ਇੱਕ ਬਾਣੀ ਚੈਨਲ ਦੇ ਉੱਤੇ ਆਪਣੇ ਵਿਚਾਰ ਸਾਂਝੇ ਕਰਦੇ ਨੇ ਸਰਦਾਰ ਬਲਵਿੰਦਰ ਸਿੰਘ ਜੀ, ਆਰਟੀਆਈ ਐਕਟਿਵਿਸਟ, ਸਮਾਜਿਕ ਕਾਰਕੁਨ ਨੇ। ਮੈਂ ਉਹਨਾਂ ਦਾ ਇੱਕ ਬਾਣੀ ਚੈਨਲ ਦੇ ਉੱਤੇ ਇੱਕ ਵਾਰ ਫੇਰ ਤੋਂ ਨਿੱਘਾ ਸਵਾਗਤ ਕਰਦੀ ਹਾਂ ਜੀ। ਵੀਰ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇੱਕ ਬਾਣੀ ਚੈਨਲ ਦੇ ਉੱਤੇ ਜੀ। ਵਾਹਿਗੁਰੂ ਜੀ ਕਾ ਥੈਂਕ ਯੂ ਖਾਲਸਾ, ਰਮਨ ਜੀ। ਵਾਹਿਗੁਰੂ ਵਾਹਿਗੁਰੂ ਜੀ ਜੀ ਕਾ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ-ਬਹੁਤ ਧੰਨਵਾਦ ਆਪ ਜੀ ਦਾ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਿਹੜਾ ਸਮਾਂ ਕੱਢਿਆ। ਤਾਂ ਹੁਣ ਆਪਾਂ ਵਿਸ਼ੇ ਵੱਲ ਨੂੰ ਆਉਂਦੇ ਆ। ਵਿਸ਼ਾ ਬਹੁਤ ਕਹਿੰਦੇ ਨੇ ਕਿ ਜੀ ਸ਼ਾਇਦ ਕਿਸੇ ਇੰਟਰਨੈਟ ਕਨੈਕਸ਼ਨ ਦੇ ਕਰਕੇ ਜਿਹੜਾ ਸੰਪਰਕ ਉਹਨਾਂ ਨਾਲੋਂ ਟੁੱਟ ਗਿਆ। ਆਪਾਂ ਦੁਬਾਰਾ ਫਿਰ ਤੋਂ ਕੋਸ਼ਿਸ਼ ਕਰਦੇ ਹਾਂ ਕਿ ਜੀ ਜੀ ਵੀਰ ਜੀ, ਆਪਣਾ ਗੱਲਬਾਤ ਦਾ ਵਿਸ਼ਾ ਇਹੀ ਹੈ ਕਿ ਬਹੁਤ ਵਾਰੀ ਹੋਇਆ ਕਿ ਇਸ ਦੁਨੀਆ ਦੇ ਵਿੱਚ ਬਹੁਤ ਵਾਰ ਬੇਦੋਸ਼ੇ ਲੋਕਾਂ ਨੂੰ ਜਿਹੜਾ ਮਾਰਿਆ ਗਿਆ ਹੈ। ਤੇ ਗੱਲ ਕੀਤੀ ਜਾਵੇ ਸਾਡੇ ਸਿੱਖ ਵੀਰਾਂ ਦੀ, ਤਾਂ ਜੰਮੂ ਕਸ਼ਮੀਰ ਦੇ ਖਾਸ ਕਰਕੇ ਅੱਜ ਆਪਣਾ ਜਿਹੜਾ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਉੱਪਰ ਹੀ ਗੱਲ ਰਹੇਗੀ ਕਿ ਜਦੋਂ ਕਿ ਉਹਨਾਂ ਨੂੰ 1984 ਦੇ ਵਿੱਚ ਵੀ ਤੇ ਗੱਲ ਕੀਤੀ ਜਾਵੇ 1999 ਦੇ ਵਿੱਚ ਵੀ ਬੇਦੋਸ਼ੇ ਸਿੱਖਾਂ ਨੂੰ ਜਿਹੜਾ ਮਾਰਿਆ ਗਿਆ। ਤਾਂ ਸਮੇਂ ਦੀਆਂ ਸਰਕਾਰਾਂ ਰਾਹੀਂ ਉਦੋਂ ਇਹ ਗੱਲ ਕਹੀ ਗਈ ਸੀ, ਵਿਸ਼ਵਾਸ ਦਿਵਾਇਆ ਜਾਂਦਾ ਜਦੋਂ ਵੀ ਕੁਝ ਇਹੋ ਜਿਹੇ ਹਾਲਾਤ ਹੁੰਦੇ ਨੇ ਕਿ ਅਸੀਂ ਇਸ ਹਾਲਾਤਾਂ ਦੀ, ਚਲੋ ਜਿਹੜਾ ਇਨਸਾਨ ਗਿਆ ਉਹਨੂੰ ਮੋੜ ਕੇ ਤਾਂ ਲਿਆ ਨਹੀਂ ਸਕਦੇ, ਲੇਕਿਨ ਆਪਣੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਰਾਹਤ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਪਹੁੰਚਾਈ ਜਾਵੇ। ਆਪਾਂ 1999 ਦੀ ਜਿਹੜਾ ਕਤਲੇਆਮ ਹੋਇਆ ਉਹਦੀ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਮੈਂ ਕਹਾਂਗੀ ਕਿ 1984 ਵਿੱਚ ਜਦੋਂ ਤਲਵਾੜੇ ਦੇ ਵਿੱਚ ਲਗਭਗ 17 ਲੋਕ ਮਾਰੇ ਗਏ ਸੀ, ਮੈਂ ਚਾਹਾਂਗੀ ਕਿ ਕੁਝ ਕੁ ਵਿਚਾਰ ਜਿਹੜੇ ਤੁਸੀਂ ਉਹਦੇ ਉੱਪਰ ਵੀ ਆਪਣੇ ਸਾਂਝੇ ਕਰ ਦਿਓ ਕਿ ਕਿਵੇਂ ਉਹਨਾਂ ਨੂੰ ਮੁਆਵਜ਼ਾ ਮਿਲਿਆ ਔਰ ਕੀ ਉਸ ਸਮੇਂ ਦੇ ਹਾਲਾਤ ਰਹੇ। ਰਮਨ ਜੀ, ਮੈਂ ਇੱਕ ਆਰਟੀਆਈ ਐਕਟਿਵਿਸਟ ਹੋਣ ਦੇ ਨਾਤੇ ਮੈਂ ਲਗਭਗ ਕੋਈ ਐਸਾ ਮੁੱਦਾ ਨਹੀਂ ਛੱਡਿਆ ਜਿਹਦੇ ਤੇ ਮੈਂ ਆਰਟੀਆਈ ਲਗਾ ਕੇ ਡਿਟੇਲ ਹਾਸਿਲ ਨਾ ਕੀਤੀ ਹੋਵੇ, ਜਨਰਲ ਪਬਲਿਕ ਦੇ ਕਰਕੇ ਵੀ ਔਰ ਆਪਣੀ ਕਮਿਊਨਿਟੀ ਦੇ ਕਰਕੇ ਵੀ ਖਾਸ ਕਰਕੇ ਜੀ। ਔਰ ਜਦ 89 ਦੇ ਵਿੱਚ ਸਾਨੂੰ ਪਤਾ ਚੱਲਿਆ ਵੀ ਤਲਵਾੜੇ ਦੇ ਵਿੱਚ ਵੀ ਰਾਈਟਸ ਹੋਈ ਸੀ, ਉੱਥੇ 17 ਲੋਕ ਮਾਰੇ ਗਏ ਸੀ। ਮੈਂ ਡੀਸੀ ਆਫਿਸ ਰਿਆਸੀ ਨੂੰ ਇੱਕ ਆਰਟੀਆਈ ਲਗਾ ਕੇ ਡਿਟੇਲ ਮੰਗੀ ਭਾਈ ਕਿਤਨੇ ਲੋਕ ਮਾਰੇ ਗਏ ਸੀ, ਉਹ ਲੋਕਾਂ ਦੇ ਨਾਮ ਪੁੱਛੇ, ਕੌਣ-ਕੌਣ ਮਾਰਿਆ ਗਿਆ ਸੀ, ਉਹਨਾਂ ਨੂੰ ਕਿਤਨਾ ਕਲੇਮ ਮਿਲਿਆ ਤੇ ਕਿਹੜੇ ਲੋਕਾਂ ਦੇ ਖਿਲਾਫ ਕੇਸ ਰਜਿਸਟਰ ਹੋਇਆ ਤੇ ਉਹਨਾਂ ਦਾ ਸਟੇਟਸ ਕੀ ਸੀ। ਜਦੋਂ ਤੋਂ ਮੈਨੂੰ ਜਵਾਬ ਮਿਲਿਆ, ਉਹਨਾਂ ਦੱਸਿਆ ਜੀ 17 ਲੋਕ ਉੱਥੇ ਮਾਰੇ ਗਏ ਸੀ। 17 ਲੋਕਾਂ ਨੂੰ 3.5 ਲੱਖ ਰੁਪਇਆ ਰਿਆਸਤੀ ਸਰਕਾਰ ਨੇ ਦਿੱਤਾ ਸੀ। ਔਰ ਉਹਦੇ ਬਾਅਦ ਜਦ 2014 ਦੇ ਵਿੱਚ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆਈ, ਇਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਤੇ ਰਾਈਟਸ ਹੋਈ ਸੀ ਸਾਰੇ ਸਟੇਟਾਂ ਦੇ ਵਿੱਚ 5-5 ਲੱਖ ਰੁਪਇਆ ਐਡੀਸ਼ਨ ਉਹਨਾਂ ਨੂੰ ਹੋਰ ਭੇਜਿਆ। ਸੋ ਜੰਮੂ ਦੇ ਵਿੱਚ ਜੋ ਤਲਵਾੜਾ ਸੀ ਉਹਨਾਂ ਨੂੰ 8.5 ਲੱਖ ਸਾਰਿਆਂ ਨੂੰ ਮਿਲਿਆ। ਲੇਕਿਨ ਮੇਰੀ ਆਰਟੀਆਈ ਦੇ ਵਿੱਚ ਇੱਕ ਚੀਜ਼ ਸਾਹਮਣੇ ਆਈ, ਕਲੀਅਰ ਹੋ ਕੇ ਆਈ, ਡੀਸੀ ਦੀ ਤਰਫੋਂ ਜਵਾਬ ਆਇਆ ਭਾਈ 16 ਲੋਕਾਂ ਨੂੰ ਅਸੀਂ ਪੈਸਾ ਡਿਸਟ੍ਰੀਬਿਊਟ ਕਰ ਚੁੱਕੇ ਹਾਂ, ਜੋ 5 ਲੱਖ ਰੁਪਏ ਆਇਆ ਚੈੱਕ। ਲੇਕਿਨ ਇੱਕ ਲੇਡੀ ਹੈ, ਪ੍ਰਕਾਸ਼ ਕੌਰ ਨਾਂ ਦੀ ਲੇਡੀ ਹੈ, ਜੋ ਟ੍ਰੇਸ ਨਹੀਂ ਹੋ ਰਹੀ, ਉਹ ਹੁਸ਼ਿਆਰਪੁਰ ਰਹਿੰਦੀ ਹੈ, ਚੈੱਕ ਤੋਂ ਵਾਪਸ ਆ ਗਿਆ। ਤਾਂ ਫਿਰ ਯਕੀਨ ਮੰਨਿਓ, ਮੈਨੂੰ ਕਮ ਸੇ ਕਮ ਕੋਈ 10-11 ਮਹੀਨੇ ਲੱਗ ਗਏ ਮੈਨੂੰ ਉਸ ਲੇਡੀ ਤੱਕ ਪਹੁੰਚਣ ਲਈ। ਕਾਫੀ ਜਦੋਜਹਿਦ ਕੀਤੀ ਮੈਂ, ਜਿਨੇ ਵੀ ਮੇਰੇ ਜਰਨਲਿਸਟ ਵੀਰ ਸਨ, ਮੇਰੇ ਮੀਡੀਆ ਦੇ ਵੀ ਸਾਰੇ ਸਨ, ਸਾਰਿਆਂ ਨੂੰ ਕੰਟੈਕਟ ਕੀਤਾ। ਆ ਜਾ ਕੇ ਮੈਨੂੰ ਜੰਮੂ ਦੇ ਵਿੱਚ ਸਾਡੇ ਸਰਦਾਰ ਸਾਹਿਬ ਹਰਬੰਸ ਸਿੰਘ ਜੀ, ਜੋ ਸੁਪਰਡੈਂਟ ਇੰਜੀਨੀਅਰ ਰਿਟਾਇਰ ਹੋਏ ਸੀ, ਉਹ ਤਲਵਾੜੇ ਵਿੱਚ ਸੀ ਰਿਆਸੀ, ਉਹਨਾਂ ਦੇ ਕੋਲੋਂ ਮੈਨੂੰ ਜਦ ਡਿਟੇਲ ਪਤਾ ਚੱਲੀ, ਕਹਿੰਦੇ ਮੈਂ ਉੱਥੇ ਖੁਦ ਅਫਸਰ ਸਾਂ। ਗੱਲ ਕਰਦੇ ਕਰਦੇ ਉਹਨੂੰ ਦੱਸੀ, ਕਹਿੰਦੇ ਫਿਕਰ ਨਾ ਕਰੋ, ਮੈਂ ਤੁਹਾਨੂੰ ਇਹ ਡਿਟੇਲ ਕੱਢ ਕੇ ਦਿਆਂਗਾ। ਤੇ ਬੜੇ ਅੱਛੇ ਤਰੀਕੇ ਨਾਲ ਮੈਂ ਕਹਿ ਸਕਦਾ ਕਿ 24 ਆਵਰਸ ਦੇ ਅੰਦਰ ਉਹਨਾਂ ਨੇ ਆਪਣੇ ਸੋਰਸਿਸ ਦੇ ਰਾਹੀਂ ਮੈਨੂੰ ਉਹ ਪਤਾ ਕਰ ਦਿੱਤਾ। ਅਸੀਂ ਉਸ ਲੇਡੀ ਨਾਲ ਗੱਲ ਕੀਤੀ, ਮੈਂ ਉਸ ਲੇਡੀ ਨੂੰ ਜੰਮੂ ਆਪਣੇ ਘਰ ਬੁਲਾਇਆ, ਉਹਦੇ ਬਾਅਦ ਮੈਨੂੰ ਰਿਆਸੀ ਲੈ ਗਿਆ, ਡੀਸੀ ਸਾਹਿਬ ਨਾਲ ਬੁਲਾਇਆ। ਫਿਰ ਉਹਨਾਂ ਨੇ ਕੁਝ ਫਾਰਮੈਲਿਟੀਆਂ ਦੱਸੀਆਂ ਵੀ ਤੁਸੀਂ ਉੱਥੋਂ ਫਾਰਮੈਲਿਟੀਜ਼ ਕਰਕੇ ਲਿਆਓ, ਹੁਸ਼ਿਆਰਪੁਰ ਦੇ ਡੀਸੀ ਕੋਲੋਂ ਲਿਖਵਾ ਕੇ ਲਿਆਓ ਤੇ ਅਸੀਂ ਤੁਹਾਨੂੰ 5 ਲੱਖ ਦਾ ਚੈੱਕ ਦੇ ਦਿਆਂਗੇ। ਤੇ ਕੁਝ ਥੋੜੀ ਮਿਹਨਤ ਕਰਨ ਦੇ ਬਾਅਦ ਉਹਨਾਂ ਨੂੰ ਉਹ ਚੈੱਕ ਮਿਲ ਗਿਆ ਤਾਂ ਮੈਨੂੰ ਤਸੱਲੀ ਹੋਈ। ਗੱਲ ਰਮਨ ਜੀ ਇਹ ਆਉਂਦੀ ਹੈ ਕਿ ਉਹਨਾਂ ਲੋਕਾਂ ਨੂੰ 8.5 ਲੱਖ ਰੁਪਏ ਮਿਲਿਆ, ਠੀਕ ਹੈ, ਉਹਨਾਂ ਨੂੰ ਥੋੜਾ ਜਿਹਾ ਇਨਸਾਫ ਮਿਲਿਆ। ਲੇਕਿਨ ਜਿਨ੍ਹਾਂ 17 ਲੋਕਾਂ ਦੇ ਖਿਲਾਫ FIR ਰਜਿਸਟਰ ਹੋਈ ਸੀ, ਮੈਂ ਉਹ ਵੀ ਦੱਸ ਦਿਆਂ ਕਿ ਉਹਨਾਂ 18 ਲੋਕਾਂ ਦੇ ਖਿਲਾਫ ਜੋ FIR ਹੋਇਆ, 4 ਸਾਲਾਂ ਦੇ ਬਾਅਦ ਉਹਨਾਂ ਔਰ ਲੋਕ ਬਰੀ ਹੋ ਕੇ ਬਾਹਰ ਆ ਗਏ।
10/7/1990 ਨੂੰ ਉਹ ਲੋਕ ਬਰੀ ਹੋ ਗਏ। तो ये मैं कहना कितने ना कितने लगता फिर सानू ये है कि क्योंकि इंसाफ नहीं मिलता, जिले कोई मॉब लिंचिंग की जाती है उत्थे कोई विटनेसिस सामने नहीं आंदियां, विटनेसिस कोर्ट दे विच स्टैंड नहीं कर पांदियां ते ਉਹ ਜੀ ਉਦੋਂ ਲੋਕ ਬਰੀ ਹੋ ਕੇ ਬਾਹਰ ਆ ਜਾਂਦੇ ਹਨ। ਤੇ ਤਦੇ ਲੋਕਾਂ ਦਾ ਹੋਰ ਦਿਲ ਵੱਧਦਾ ਕਿ ਜਦ ਕੋਈ ਐਸੇ ਰਾਈਟਸ ਹੁੰਦੇ ਨਾ ਉਹ ਦਿਲ ਖੋਲ ਕੇ ਫਿਰ ਤਬਾਹੀ ਕਰਦੇ ਹਨ। ਉਹਨਾਂ ਨੂੰ ਪਤਾ ਹੈ ਤੇ ਕੋਈ ਕੇਸ ਸਾਡੇ ਤੇ ਬਣਨ ਵਾਲਾ ਨਹੀਂ ਤੇ ਨਾ ਹੀ ਕੋਈ ਗਵਾਹੀ ਹੋਣੀ ਹੈ। ਜੀ ਇਹ ਵੀ 80 ਬਿਲਕੁਲ ਵੀਰ ਜੀ, ਜੇ ਗੱਲ ਕੀਤੀ ਜਾਵੇ 1999 ਦੇ ਵਿੱਚ ਵੀ ਜਿਹੜਾ ਕਤਲੇਆਮ ਹੋਇਆ, 1999 ਦੇ ਵਿੱਚ 89 ਦੇ ਵਿੱਚ ਵੀ ਤੁਸੀਂ ਕਤਲੇਆਮ ਦੀ ਜਿਹੜੀ ਆਪਾਂ ਹੁਣ ਗੱਲ ਜਿਸ ਦੇ ਉੱਪਰ ਆਪਾਂ ਰਵਾਂਗੇ ਕਿ ਉਹਦੇ ਵਿੱਚ ਵੀ ਜਦੋਂ ਹੋਇਆ, ਕਿਆ ਉਸ ਵਿੱਚ ਮਾਰੇ ਗਏ ਲੋਕਾਂ ਨੂੰ ਇਨਸਾਫ ਮਿਲਿਆ? ਕਿੰਨੇ ਲੋਕ ਉਦੋਂ ਮਾਰੇ ਗਏ? ਕਿਆ ਜਿਨ੍ਹਾਂ ਜਿਹੜੇ ਉਸ ਸਮੇਂ ਦੇ ਦੋਸ਼ੀ ਲੋਕ ਸਨ ਉਹਨਾਂ ਨੂੰ ਸਜ਼ਾਵਾਂ ਮਿਲੀਆਂ? ਕਿਆ ਕੋਈ ਪੈਰਵਾਈ ਕੀਤੀ ਗਈ ਹੈ ਇਸ ਦੇ ਉੱਪਰ? ਔਰ ਰਮਨ ਜੇਕਰ ਜੀ ਬੜਾ ਪੈਰਵਾਈ ਨਹੀਂ ਕੀਤੀ ਗਈ ਤੇ ਤੁਹਾਡੇ ਰਾਹੀਂ ਹੁਣ ਕੀ ਸਟੈਪ ਲਿਆ ਜਾ ਰਿਹਾ? ਰਮਨ ਜੀ ਪਹਿਲੇ ਤਾਂ ਮੈਂ ਬੜੇ ਅਫਸੋਸ ਨਾਲ ਕਹਿੰਦਾ ਹਾਂ ਕਿ ਸਾਡੇ ਉਸ ਵਕਤ ਦੇ ਚੀਫ ਮਿਨਿਸਟਰ ਫਾਰੂਕ ਅਬਦੁੱਲਾ ਸਾਹਿਬ ਸੀ, ਉਹ ਆਪਣੇ ਸੈਕਟਰੀ ਦੀ ਮੀਟਿੰਗ ਲੈ ਰਹੇ ਸੀ, ਉਹਨਾਂ ਨੂੰ 2 ਘੰਟੇ ਲੱਗ ਗਏ ਪਤਾ ਲੱਗਣ ਨੂੰ। 2 ਘੰਟੇ ਦੇ ਬਾਅਦ ਉਹਨਾਂ ਨੂੰ ਉਹ ਵੀ ਕਹਿੰਦੇ ਜਿਸ ਤਰ੍ਹਾਂ ਮੈਂ ਆਪਣੀ ਸੈਕਟਰ ਖਿੜਕੀ ਦੇ ਵਿੱਚੋਂ ਬਾਹਰ ਝਾਂਕਿਆ ਕਿ ਮੈਨੂੰ ਬਾਹਰ ਧੂਆਂ ਲੱਭਿਆ, ਮੈਂ ਫਿਰ ਆਪਣੇ ਪਤਾ ਕੀਤਾ ਕਿ ਇਹ ਕੀ ਹੋਇਆ। ਉਹ ਕਹਿੰਦੇ ਜੀ ਜੰਮੂ ਦੇ ਵਿੱਚ ਅੱਗ ਲੱਗੀ ਹੈ, ਜੰਮੂ ਦੇ ਵਿੱਚ ਲੋਕਾਂ ਨੂੰ, ਸਿੱਖਾਂ ਨੂੰ ਮਾਰਿਆ ਜਾ ਰਿਹਾ। ਮੈਂ 2 ਘੰਟੇ ਤੱਕ, ਤੁਸੀਂ ਯਕੀਨ ਮੰਨ ਸਕਦੇ ਹੋ ਕਿ 2 ਘੰਟੇ ਤੱਕ ਰਿਆਸਤ ਦੇ ਚੀਫ ਮਿਨਿਸਟਰ ਨੂੰ ਇਹ ਗੱਲ ਨਾ ਪਤਾ ਲੱਗੀ ਹੋਵੇ ਕਿਤਨਾ ਮਿਸਕਮਿਊਨੀਕੇਸ਼ਨ ਗੈਪ ਕਿਤਨਾ ਵੱਡਾ ਸੀ। ਅੱਛਾ, ਇੱਕ ਚੀਜ਼ ਅਮਨ ਜੀ ਤੁਹਾਨੂੰ ਹੋਰ ਦੱਸ ਦਈਏ, ਜਦ ਰਾਈਟਸ ਹੋਏ, ਇਸ ਰਾਈਟ ਤੋਂ ਕੁਝ 6-7 ਦਿਨ ਪਹਿਲਾਂ ਸਤਵੰਤ ਸਿੰਘ ਤੇ ਕੇਅਰ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ ਇੰਦਰਾ ਗਾਂਧੀ ਦੇ ਕਤਲकांड ਦੇ ਦੋਸ਼ੀਆਂ 'ਚ। ਤੇ ਉਹ ਹਾਲਾਤ ਥੋੜੇ ਟੈਂਸ ਸੀ, ਨੌਜਵਾਨਾਂ ਦੇ ਵਿੱਚ ਥੋੜਾ ਵਲਵਲਾ ਸੀ, ਗਰਮ ਸੀ ਲੋਕੀ। ਤੇ ਕੇਂਦਰੀ ਸਰਕਾਰ ਦੀ ਤਰਫੋਂ ਸਪੈਸ਼ਲ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਉਹਨਾਂ ਨੂੰ ਕਿਹਾ ਗਿਆ ਸੀ ਕਿ ਪ੍ਰੀਕਾਸ਼ਨਰੀ ਪ੍ਰੀਵੈਂਟਿਵ ਮੇਜਰਸ ਲੈਣੇ ਹਨ ਔਰ ਖਾਸ ਕਰਕੇ ਉਹਨਾਂ ਦਿਨਾਂ ਦੇ ਗੁਰਪੁਰਬ ਦੇ ਵਿੱਚ ਨਗਰ ਕੀਰਤਨ ਦੇ ਟਾਈਮ ਐਕਸਟਰਾ ਡਿਪਲੋਇਮੈਂਟ ਕਰਨੀ ਹੈ। लेकिन जो अंसारी कमीशन का गठन होया, उसने दसिया भाई किधर भी कोई एक्स्ट्रा प्रिकॉशनरी केयर नहीं ले गए, कोई स्पेशल डिप्लॉयमेंट, एक्स्ट्रा डिप्लॉयमेंट, एडिशनल डिप्लॉयमेंट नहीं की गई। जिस तो लगता है कि सरकार ने कितनी कैजुअल अप्रोच रखी। एक स्पेशल तो वार्निंग आने के बावजूद सेंट्रल गवर्नमेंट को कोई ऐसी हिदायत आगे अपनी पुलिस अफसर नहीं दित्तियां। तो यह भी कहा जाता कि अदों के जो होम कमिश्नर सन और अदों के DGP सन, उन्होंने दोनों की आपसी स्पीकिंग टर्म ही नहीं सन, बोलते ही नहीं सन आपस एक दूसरे नाल। ते किधरे ना किधरे उन्होंने फिर उस चीज का खमायजा लोगों को भुगतना पिया। बेदोषे लोगों को मारिया गया, पुलिस मूक दर्शक बढ़ के बैठी रही। 14 सिख सड़कों से जम्मू कश्मीर, जम्मू की धरती से जम्मू डिस्ट्रिक्ट 14 सिख मारे गए, बेदोषे सिख मारे गए, जिन्हें बुजुर्ग भी शामिल सन, जिन्हें बच्चे भी शामिल सन। 14 सिख मारे गए। और मैं फिर भी तुहानूं दस दियां कि जम्मू दे विच 61 FIR लगियां। तो मैं जी मारे को जाए, चलो असीं कहने कि हो गया, लेकिन ज्यादा तो कुछ टाइम होता है जिस टाइम उन्होंने इंसाफ नहीं मिलता, उन्होंने कातलों को सजावां नहीं मिलदियां। ज्यादा तो कुछ टाइम होता है देश भी सानूं लगता है दिल्ली दे विच भी साडे नाल बेइंसाफी की गई, इत्थे अगर सरकार दूसरी सी, इत्थे भी सानूं इंसाफ नहीं मिलिया, इत्थे भी साडे नाल बेइंसाफियां ही कीतियां गईयां। एक 61 FIR लॉन्च किए गए अलग अलग पुलिस स्टेशनां, जिहदी डिटेल मेरे को है। गांधीनगर दे विच 24 FIR लगी है, पक्का डंगा दे विच 25 FIR लगियां, पुलिस स्टेशन सिटी पुलिस स्टेशन दे विच 8 FIR लगियां, बख्शीनगर 4 लगियां, सतवारी थाने 3 लगियां, अखनूर 4 लगियां, काना चक 1 लगी, ते नवाबाद 2 FIR, 61 FIR लगियां। इन्हां दा स्टेटस की है? ये कित्थे गईयां? ये लोग किधर गए? 200 के करीब लोगों को अरेस्ट किया गया। लेकिन फिर बड़े अफसोस के नाल कहांगा, अज अगर ये सरकार ये दावे करती है कि दिल्ली दे विच असीं जो सिखां नूं इंसाफ दिवाउण दी कोशिश की है, क्योंकि ये तां कोशिश की है दिल्ली दे विच आपोजिशन की सरकार सी। जम्मू दे विच जब 200 लोगों ने अरेस्ट किया गया इन्हां दे कतल दे केस विच, तो उस वक्त बीजेपी ने बिल्कुल जम्मू चक्का जाम कर दिता, मार्केट इंडेफिनिट बंद कर दी, सरकार दे प्रेशर पा दिता गया पर लोगों को छड्डिया जाए। फिर उत्थे ही इंक्वायरियां खत्म हो गई। जब प्रेशर पाया गया इंक्वायरियां उत्थे ही खत्म हो गई। इन्हां 61 FIR का कोई स्टेटस बाहर नहीं आया, इन्हां लोगों को किसी ने दोबारा अरेस्ट किया, कोर्ट की चलान पेश होए या नहीं होए, बिल्कुल खत्म करता गया। ये ज्यादा दुख लगता है। आजाद हिंदुस्तान दे विच भी साडे नाल इस किस्म का सलूक किया जाए कि किसी भी रियासत की कोई सरकार हो, किसी ने भी सानू इंसाफ नहीं दिता। अगर नेशनल कॉन्फ्रेंस के दौर च होया सानू इंसाफ तां भी नहीं मिलिया। अज अगर बीजेपी ये गल करती है कि दिल्ली दे विच असीं सिट बनाई है, तो वह सिट जम्मू दे विच भी बनाई जा सकती सी। जम्मू दे विच असीं सिट की डिमांड कर रहे हैं कि वह सिट बनाई जाए और उन्होंने लोगों को कम से कम सजा तो दी जाए, ताकि अगे तो लोगों को डर पे कोई ऐसी गल नहीं करिंदा, अगर किसी का कत्ल करो तो कम से कम सजा मिलती है।
मैं कहा जी वीर जी, नहीं थोड़ी आवाज आ रही है जी। जी आवाज आ रही है। तो जी मैं जी समझना ये जो 14 लोग मारे गए ਉਹਦੇ ਬਾਰੇ में जी मैं तकरीबन ਅੱਜ ਤੋਂ 3 ਸਾਲ ਪਹਿਲਾਂ 2019 ਦੇ ਵਿੱਚ ਜਦ 30 ਸਾਲ ਪੂਰੇ ਹੋ ਗਏ ਸੀ, ਮੈਂ ਇਸ ਤੋਂ ਪਹਿਲਾਂ ਵੀ ਬੜੀ ਵਾਰੀ ਪ੍ਰੈਸ ਕਾਨਫਰੰਸ ਕਰਦਾ ਰਿਹਾ, ਇਹਨਾਂ ਲੋਕਾਂ ਦੇ ਲਈ ਮੈਂ ਇਨਸਾਫ ਦੀ ਗੁਹਾਰ ਲਗਾਉਂਦਾ ਰਿਹਾ। ਤੇ 2019 ਦੇ ਵਿੱਚ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ। मैं क्या जी 30 साल हो गए हैं और कितना इंतजार करांगे। 30 साल तक भी अगर लोगों को इंसाफ ना मिले तो इंसाफ की उम्मीद कितने रह जाती है। लेकिन मैं फिर कोशिश की 2030 13 जनवरी में प्रेस कानफ्रेंस की, सरकार को मंग की कि इन्होंने लोगों के जो जो कातल हैं उन्होंने अरेस्ट किया जाए, उन्होंने खिलाफ केस चलाए जाए, उन्होंने सजा दी जाए और बाकी इन्होंने लोगों को क्लेम ड्यू कंपनसेशन दिता जाए। क्योंकि इन्होंने लोगों को जम्मू च सिर्फ 1 लाख रुपया ही मिले 14 लोगों को। उसके अलावा रमन जी प्रॉपर्टी का बहुत नुकसान होया सी। इमूवेबल असैट्स लोगों ਦੀਆਂ ਗੱਡੀਆਂ ਚਲਾ ਦਿੱਤੀਆਂ ਗਈਆਂ, ਲੋਕਾਂ ਦੀਆਂ ਦੁਕਾਨਾਂ ਚਲਾ ਦਿੱਤੀਆਂ ਗਈਆਂ, ਬਹੁਤ ਨੁਕਸਾਨ। ਜੀ ਬਿਲਕੁਲ ਵੀਰ ਜੀ, ਇੱਥੇ ਮੇਰੇ ਨਾਲ ਗੁਰਮੀਤ ਸਿੰਘ ਜੀ ਜੁੜੇ ਹੋਏ ਨੇ। ਉਹ ਖੁਦ ਇੱਥੇ ਲਿਖ ਰਹੇ ਨੇ ਕਿ ਨਿਊ ਪਲਾਂਟ ਦੇ ਵਿੱਚ ਸਾਡੀਆਂ 3 ਦੁਕਾਨਾਂ ਸਨ। 13 ਜਨਵਰੀ 1989 ਨੂੰ 1999 ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਲੁੱਟ ਲਈਆਂ ਗਈਆਂ ਸਨ। ਤੇ ਬਖਸ਼ੀਨਗਰ ਥਾਣੇ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿ ਰਹੇ ਨੇ ਕਿ ਬਖਸ਼ੀਨਗਰ ਥਾਣੇ ਦੇ ਵਿੱਚ FIR 3 ਉਹਨਾਂ ਦੀਆਂ ਸਨ, 3 FIR ਉਹਨਾਂ ਦੀਆਂ ਸਨ। ਉਹ ਯਾਰ ਰਮਨ ਜੀ, ਮੈਂ ਜੋ ਕੰਮ ਸਾਡੇ ਸ਼ਹਿਰ ਇਲੈਕਟਿਡ ਰਿਪਰੈਜ਼ੈਂਟੇਟਿਵਸ ਦਾ ਹੁੰਦਾ ਹੈ ਜਾਂ ਹੋਰ ਕਮੇਟੀਆਂ ਦਾ ਹੁੰਦਾ ਹੈ, ਉਹਨਾਂ ਨੇ ਇਸ ਤਰ੍ਹਾਂ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ, ਲੋਕਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਐਜ਼ ਐਨ ਐਕਟਿਵਿਸਟ ਹੋਣ ਦੇ ਨਾਤੇ ਮੈਂ ਸਮਝਿਆ ਅਗਰ ਮੈਂ ਬਾਕੀ ਸਮਾਜ ਦਾ ਕੰਮ ਕਰਦਾ ਹਾਂ ਤਾਂ ਆਪਣੀ ਕਮਿਊਨਿਟੀ ਦੇ ਪ੍ਰਤੀ ਵੀ ਮੇਰਾ ਕੁਝ ਫਰਜ਼ ਬਣਦਾ ਹੈ ਕਿ ਉਹਨਾਂ ਦਾ ਵੀ ਕੰਮ ਕੀਤਾ ਜਾਏ। जब मैं RTI ਦੇ ਤਹਿਤ मेरे को पूरा डाटा 89 ਦੇ ਰਾਈਟਸ ਦਾ ਵੀ ਹੈ, मेरे को 84 ਦੇ ਰਾਈਟਸ ਦਾ ਵੀ ਹੈ। और मैं ये भी कह ਦਿਆਂ ਕਿ ਮੇਰੇ ਕੋਲ ਅੰਸਾਰੀ ਕਮਿਸ਼ਨ ਦੀ ਰਿਪੋਰਟ ਦੀ ਕਾਪੀ ਵੀ ਪਈ ਹੈ। ਮੈਨੂੰ ਸਾਡੇ ਵੀਰ ਸਨ ਜੰਮੂ ਦੇ ਵਿੱਚ, ਸਾਡੇ ਜਰਨਲਿਸਟ ਸਨ ਬਲਰਾਜਪੁਰੀ ਸਾਹਿਬ, ਉਹਨਾਂ ਨੇ ਮੈਨੂੰ ਉਹ ਕਾਪੀ ਦਿੱਤੀ ਸੀ ਤੇ ਉਹ ਕਾਪੀ ਵੀ ਮੇਰੇ ਕੋਲ ਪੂਰੀ ਪਈ ਹੈ। ਅਸਾਂ ਨਹੀਂ ਬਾਹਰ ਕੱਢੀ ਕਿਉਂਕਿ ਉਹ ਲੀਗਲੀ ਨਹੀਂ ਮੰਨੀ ਜਾਂਦੀ, ਕਿਉਂਕਿ ਗਵਰਨਮੈਂਟ ਨੇ ਪਬਲਿਕ ਡੋਮੇਨ 'ਚ ਨਹੀਂ ਰੱਖੀ। ਸਰਕਾਰ ਇਨਕੁਆਇਰੀ ਕਮੇਟੀਆਂ ਨੇ ਬਿਠਾ ਦਿੱਤੀ ਹੈ, ਲੇਕਿਨ ਕਦੇ ਵੀ ਦੀ ਰਿਪੋਰਟ ਪਬਲਿਕ ਨਹੀਂ ਕਰਦੀ। ਫਿਰ ਅਸੀਂ ਕਹਿੰਦੇ ਹਾਂ ਚਲੋ ਜੇ ਤੁਸੀਂ ਪਬਲਿਕ ਨਹੀਂ ਕਰਨੀ, ਤੁਸੀਂ ਲਾ ਐਂਡ ਆਰਡਰ ਦਾ ਵਾਸਤਾ ਦਿੰਦੇ ਹੋ, ਇੱਕ ਰਿਪੋਰਟ ਪਬਲਿਕ ਕੀਤੀ ਤੇ ਦੁਬਾਰਾ ਕਨਫਰੰਟੇਸ਼ਨ ਹੋਏਗੀ, ਜਿਨ੍ਹਾਂ ਲੋਕਾਂ ਦੇ ਨਾਂ ਆਣਗੇ ਉਹਨਾਂ ਦੇ ਖਿਲਾਫ ਆਪਸੀ ਲੜਾਈ ਫਸਾਦ ਹੋ ਸਕਦਾ ਹੈ। ਚਲੋ ਤੁਹਾਡੀ ਉਹ ਗੱਲ ਵੀ ਮੰਨ ਲਈ, ਲੇਕਿਨ ਜੋ ਰਿਕਮੈਂਡੇਸ਼ਨ ਅੰਸਾਰੀ ਕਮਿਸ਼ਨ ਦੀ ਅਸਾਂ 1 ਮੈਨ ਕਮਿਸ਼ਨ ਬਣਿਆ ਸੀ, ਉਹਨੇ ਟਾਈਮ ਨਹੀਂ 2-3 ਮਹੀਨੇ ਲੇਟ ਕਰਕੇ ਆਪਣੀ ਰਿਪੋਰਟ ਪੇਜ ਸਬਮਿਟ ਕਰਤੀ। ਉਸ ਰਿਪੋਰਟ ਤੋਂ ਜਿਹਨੇ ਲਿਖਿਆ, ਉਹਨੇ ਕਿਹਾ ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ, ਜਿਨ੍ਹਾਂ ਲੋਕਾਂ ਦਾ ਮਾਲੀ ਨੁਕਸਾਨ ਹੋਇਆ, ਉਹਨੇ ਕਿਹਾ ਜਿਤਨਾ ਨੁਕਸਾਨ ਹੋਇਆ ਐਜ਼ ਅਸੈਸਡ ਬਾय ਦ ਕੰਸਰਨ ਅਥਾਰਟੀਜ਼। ਕਿਉਂਕਿ ਲੋਕਾਂ ਨੂੰ ਜਦ ਪੁੱਛਿਆ ਗਿਆ, ਕਿਸ ਨੇ ਕਿਹਾ ਮੇਰਾ ਨੁਕਸਾਨ 15 ਲੱਖ ਹੈ, ਕਿਸ ਨੇ ਕਿਹਾ 10 ਲੱਖ ਹੈ। ਜਦ ਗਵਰਨਮੈਂਟ ਨੇ ਅਸੈਸਮੈਂਟ ਕੀਤੀ, ਤਹਿਸੀਲਦਾਰ ਭੇਜੇ, ਰੈਵਨਿਊ ਦੇ ਲੋਕ ਗਏ, ਉਹਨਾਂ ਨੇ ਆਪਣੀ ਅਸੈਸਮੈਂਟ ਕਰਕੇ ਵੀ ਇੱਕ ਅਮਾਉਂਟ ਦਿੱਤਾ, ਭਾਈ ਇਹਦਾ 15 ਲੱਖ ਨਹੀਂ, ਇਹਦਾ 12 ਲੱਖ ਹੈ, ਜਾਂ ਇਹਦਾ 8 ਲੱਖ ਨਹੀਂ, ਇਹਦਾ 6 ਲੱਖ ਹੈ। ਅੰਸਾਰੀ ਕਮਿਸ਼ਨ ਦੀ ਰਿਪੋਰਟ ਹੈ, ਜਸਟਿਸ ਅੰਸਾਰੀ ਨੇ ਲਿਖਿਆ ਸੀ ਕਿ ਇਹਨਾਂ ਲੋਕਾਂ ਨੂੰ ਜਿਤਨਾ ਇਹਨਾਂ ਦਾ ਕਲੇਮ ਗਵਰਨਮੈਂਟ ਨੇ ਅਸੈਸਮੈਂਟ ਕੀਤੀ ਹੈ ਉਹ 100% ਦਿੱਤਾ ਜਾਣਾ ਚਾਹੀਦਾ, ਵਰਨਾ ਇਹ ਦੋਨੋਂ ਕਮਿਊਨਿਟੀਜ਼ ਦੇ ਵਿੱਚ ਬਹੁਤ ਵੱਡਾ ਡਿਵੀਜ਼ਨ ਕ੍ਰੀਏਟ ਰਹੇਗੀ। ਇਹਨਾਂ ਨੂੰ ਕਮ ਸੇ ਕਮ ਤੁਸੀਂ ਇਹਨਾਂ ਦੇ ਜ਼ਖਮਾਂ ਤੇ ਮਰਹਮ ਲਗਾਉਣਾ ਚਾਹੁੰਦੇ ਹੋ ਤੇ ਜਿਤਨਾ ਨੁਕਸਾਨ ਹੋਇਆ ਉਹਦਾ ਕਲੇਮ ਦਿੱਤਾ ਜਾਏ। ਤਾਂ ਰਮਨ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਜਿਤਨੇ ਵੀ ਲੋਕਾਂ ਦਾ ਨੁਕਸਾਨ ਹੋਇਆ 5% ਤੋਂ ਲੈ ਕੇ 10% ਤੱਕ ਉਹਨਾਂ ਨੂੰ ਦਿੱਤਾ ਗਿਆ, 90% ਉਹਨਾਂ ਨੂੰ ਅਜੇ ਵੀ ਕਲੇਮ ਨਹੀਂ ਦਿੱਤੇ ਗਏ। ਤਾਂ ਇਹਦੇ ਇਸ ਤੋਂ ਵੱਡੀ ਤਰਾਸਦੀ ਸਾਡੀ ਕਮਿਊਨਿਟੀ ਦੇ ਲਈ ਲੋਕਾਂ ਦਾ ਹੋਰ ਕੀ ਹੋਏਗੀ ਕਿ ਆਪਣੀ ਰਿਆਸਤ ਦੇ ਵਿੱਚ ਅਗਰ ਮਾਰੇ ਜਾਂਦੇ ਹਨ, ਸਰਕਾਰ ਦੀ ਨਲਾਇਕੀ ਦੇ ਕਰਕੇ, ਐਡਮਿਨਿਸਟ੍ਰੇਸ਼ਨ ਦੇ ਫੇਲਿਅਰ ਦੇ ਕਰਕੇ, ਪੁਲਿਸ ਫੇਲਿਅਰ ਕਰਕੇ ਮਾਰੇ ਜਾਂਦੇ ਹਨ, ਉਹਨਾਂ ਨੂੰ ਇਨਸਾਫ ਕੌਣ ਦੇਗਾ? ਤੁਸੀਂ ਉਹਨਾਂ ਦੀ ਜਾਨ ਵੀ ਨਹੀਂ ਬਚਾ ਸਕੇ, ਤੁਸੀਂ ਉਹਨਾਂ ਦੇ ਜਾਨੋਂ ਮਾਲ ਦੀ ਹਿਫਾਜ਼ਤ ਨਹੀਂ ਕਰ ਸਕੇ, ਤੇ ਫਿਰ ਤੁਸੀਂ ਕਲੇਮ ਵੀ ਨਾ ਦਿਓ, ਇਸ ਤੋਂ ਵੱਡੀ ਬੇਇਨਸਾਫੀ ਸਾਡੇ ਨਾਲ ਕੀ ਹੋਏਗੀ? ਫਿਰ ਰਮਨ ਜੀ ਮੈਂ ਇੱਕ ਗੱਲ ਕੀਤੀ, ਮੈਂ ਜਦ 13 ਜਨਵਰੀ 2019 ਨੂੰ ਪ੍ਰੈਸ ਕਾਨਫਰੰਸ ਕੀਤੀ, ਫਿਰ ਮੇਰੇ ਦਿਲ ਚ ਆਇਆ ਭਾਈ ਕਿਉਂ ਨਾ ਸੈਂਟਰ ਗਵਰਨਮੈਂਟ ਦੇ ਵਿੱਚ BJP ਦੀ ਸਰਕਾਰ ਆਈ ਹੈ, ਮੋਦੀ ਸਾਹਿਬ ਬੜੇ ਅੱਛੇ ਜਿਹੇ ਨਾਅਰੇ ਦਿੰਦੇ ਹਨ, ਇਹਨਾਂ ਨੂੰ ਅਜ਼ਮਾਇਆ ਜਾਏ। ਰਮਨ ਜੀ ਮੈਂ ਉਹ 13 ਜਨਵਰੀ ਦੀ 2019 ਦੀ ਪ੍ਰੈਸ ਕਾਨਫਰੰਸ ਦੀ ਪੂਰੀ ਅਖਬਾਰਾਂ ਦੀਆਂ ਕਟਿੰਗਾਂ ਲਈਆਂ ਤੇ ਇੱਕ ਲੈਟਰ, ਮੈਂ ਲੈਟਰ ਤੁਹਾਨੂੰ ਦੱਸਣਾ ਵੀ ਚਾਹਾਂਗਾ। ਇਹ ਉਹ ਲੈਟਰ ਹੈ ਜੋ ਮੈਂ ਰਾਜਨਾਥ ਸਿੰਘ ਜੀ ਨੂੰ, ਉਸ ਵਕਤ ਸਾਡੇ ਹੋਮ ਮਿਨਿਸਟਰ ਸਨ, ਇਹ ਰਾਜਨਾਥ ਸਿੰਘ ਜੀ ਨੂੰ ਮੈਂ 17/1/2019 ਨੂੰ 13 ਤਰੀਕ ਪ੍ਰੈਸ ਕਾਨਫਰੰਸ ਕੀਤੀ, 17 ਤਰੀਕ ਨੂੰ ਉਹਨਾਂ ਨੂੰ ਮੈਂ ਲੈਟਰ ਲਿਖੀ, ਜਿਹਦੇ ਵਿੱਚ ਮੈਂ ਇਹ ਗੱਲ ਲਿਖੀ, ਮੈਂ ਕਿਹਾ ਜੀ ਇੱਕ ਤੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ, ਇੱਥੇ ਵੀ ਸਿੱਟ ਦਾ ਗਠਨ ਕੀਤਾ ਜਾਵੇ, ਇਨਵੈਸਟੀਗੇਸ਼ਨ ਪ੍ਰੋਪਰ ਕੀਤੀ ਜਾਏ, ਕੋਈ ਕੌਣ ਕਾਤਲ ਸਨ ਉਹਨਾਂ ਤੱਕ ਪਹੁੰਚਿਆ ਜਾਏ। ਦੂਸਰਾ, ਇਹਨਾਂ ਨੂੰ ਡਿਊ ਕੰਪਨਸੇਸ਼ਨ ਨਹੀਂ ਮਿਲਿਆ। ਤਲਵਾੜਾ ਦੇ ਵਿੱਚ ਅਗਰ ਲੋਕਾਂ ਨੂੰ 8.5 ਲੱਖ ਰੁਪਏ ਮਿਲਿਆ ਹੈ, ਇਹਨਾਂ ਨੂੰ ਸਿਰਫ 1 ਲੱਖ ਰੁਪਏ ਕਿਉਂ ਦਿੱਤਾ ਜਾਏ? ਤੇ ਇਹ ਜਦ ਮੈਂ ਲੈਟਰ ਭੇਜੀ, ਅਖਬਾਰ ਦੀਆਂ ਕਟਿੰਗਸ ਨਾਲ ਭੇਜੀਆਂ, ਰਮਨ ਜੀ ਫਿਰ ਕਿਤੇ ਨਾ ਕਿਤੇ ਥੋੜੀ ਢਿੱਲ ਵਰਤੀ ਗਈ। ਲੇਕਿਨ ਮੈਂ 3 ਮਹੀਨੇ ਦੇ ਬਾਅਦ
ਉੱਥੇ ਦੁਬਾਰਾ ਇੱਕ ਆਰਟੀਆਈ ਲਗਾਤੀ ਹੋਮ ਮਿਨਿਸਟਰੀ ਦੇ ਵਿੱਚ। ਭਈ ਇਹ ਰਿਪਰੈਜ਼ੈਂਟੇਸ਼ਨ ਜਦ ਮੈਂ ਭੇਜੀ ਸੀ ਤੇ ਮੇਰੀ ਰਿਪਰੈਜ਼ੈਂਟੇਸ਼ਨ ਦੇ ਉੱਪਰ ਕੀ ਕੀਤਾ ਗਿਆ। ਤਾਂ ਮੈਂ ਫਿਰ ਬੜੀ ਖੁਸ਼ੀ ਨਾਲ ਕਹਿਣਾ, ਜਦ ਮੇਰੀ ਆਰਟੀਆਈ ਉੱਥੇ ਪਹੁੰਚੀ, ਮੇਰੀ ਆਰਟੀਆਈ ਪਹੁੰਚਣ ਦੇ ਬਾਅਦ 24 ਅਪ੍ਰੈਲ ਨੂੰ ਮੇਰੀ ਆਰਟੀਆਈ ਪਹੁੰਚੀ ਤੇ 6 ਮਈ ਨੂੰ ਉੱਥੋਂ ਲੈਟਰ ਨਿਕਲ ਗਈ। ਰਮਾ ਜੀ ਉੱਥੋਂ ਉਹਨਾਂ ਨੇ ਹੋਮ ਮਿਨਿਸਟਰੀ ਨੇ ਇੱਥੇ ਆਰਡਰ ਲੈਟਰ ਕੱਢੀ। ਹੋਮ ਮਿਨਿਸਟਰੀ ਨੇ ਜੰਮੂ ਕਸ਼ਮੀਰ ਦੇ ਰੈਵਨਿਊ ਸੈਕਟਰੀ ਨੂੰ ਲਿਖਿਆ, ਇਹ ਵੀ ਮੈਂ ਤੁਹਾਨੂੰ ਲੈਟਰ ਦੱਸ ਦਿਆਂ, ਇਹ ਰੈਵਨਿਊ ਸੈਕਟਰੀ ਜੰਮੂ ਕਸ਼ਮੀਰ ਨੂੰ ਲਿਖਿਆ, ਨਾਲ ਹੀ ਉਹਨਾਂ ਨੇ ਕਾਪੀ ਗਵਰਨਰ ਸਾਹਿਬ ਨੂੰ ਕੀਤੀ ਔਰ ਬੜੇ ਅੱਛੇ ਰਿਮਾਰਕਸ ਲਿਖੇ। ਉਹਦੇ ਤੇ ਲਿਖਿਆ, ਪ੍ਰਾਈਵੇਟ ਸੈਕਟਰੀ ਟੂ ਗਵਰਨਰ ਜੰਮੂ ਐਂਡ ਕਸ਼ਮੀਰ with a request for passing suitable directions to the concerned authorities for taking appropriate action in the matter immediately, expeditiously। इस चीज तो मनो तसल्ली होगी कि नहीं, मिनिस्ट्री ऑफ होम अफेयर्स ने एक अच्छा कदम चुकिया है। तो उसके बाद जी रेवन्यू सैकटरी ने ते गवर्नर हाउस ने भी ये अगे फॉरवर्ड की डिविजनल कमिश्नर जम्मू नूं, डिविजनल कमिश्नर जम्मू नूं कंसर्न डीसी नूं फॉरवर्ड की ते कंसर्न डीसी दे कोल फिर मेरी मीटिंग होईयां। उत्थे मेरी मीटिंग के बाद डिटेल कढ़ी गई। उन्होंने कहा जी जो जिन्हां दे असैट्स डैमेज होए हैं दुकानां, उन्हां दा साडे क्लेम दा पूरा साडे कोल रिकॉर्ड नहीं ट्रेस हो रहा। काफी टाइम लग गया, जब साल निकल गया मैं कहा जी चलो तुसीं फॉर द टाइम भी जिन्हां लोकां नूं तुसीं 1 लाख दिता है ये लैटर तक दे दिओ ताकि होम मिनिस्ट्री दोबारा जाए लैटर भाई इन्हां लोकां नूं सिर्फ 1 लाख मिलिया है, बाकी नूं 8.5 मिलिया सी, इन्हां नूं 1 लाख मिलिया है ताकि बाकी क्लेम इन्हां नूं दिता जाए। फिर डीसी साहब ने सुनिया, सुषमा चौहान सी मैडम उत्थे ते वो ने सिमरनदीप जी सन, जब ये गल अगे हुई तो वो लैटर उन्होंने बाद उन्होंने डिजास्टर मैनेजमेंट डिप काम में लिखिया डिविजनल कमिश्नर तरफों। ये डिविजनल कमिश्नर साहब की लैटर है। डिविजनल कमिश्नर साहब ने फिर ये लैटर 15/2/2020 ਨੂੰ डिजास्टर मैनेजमेंट ਨੂੰ भेजी क्योंकि वो कंसर्न डिपार्टमेंट है जिथे कोई क्लेम देने हो। तो फिर रमन जी कोरोना आ गया, साल खंड उत्थे लग गया कोरोना के करके। हुण अज तो कुछ देर पहला ये मैं दोबारा दस दियांगा 25/11/2021 ਨੂੰ 25/11/2021 ਨੂੰ जी की तरफों ਇਹ ਲੈਟਰ ਦੁਬਾਰਾ ਰੈਵਨਿਊ ਸੈਕਟਰੀ ਨੂੰ ਭੇਜੀ ਗਈ ਹੈ ਤੇ ਹੋਮ ਕਮਿਸ਼ਨਰ ਨੂੰ ਭੇਜੀ ਗਈ ਹੈ। ਭਾਈ ਸਾਡੇ ਕੋਲ ਇਹ ਡੋਮੇਨ ਨਹੀਂ ਹੈ ਤੇ ਤਾਂ ਤੁਸੀਂ ਦੇਖੋ ਕਿ ਇਹਨਾਂ ਨੂੰ ਕਲੇਮ ਕਿਸ ਤਰੀਕੇ ਦਿੱਤਾ ਜਾ ਸਕਦਾ ਹੈ। ਫਿਰ ਹੁਣ ਮੈਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਹ ਮਿਨਿਸਟਰੀ ਆਫ ਹੋਮ ਅਫੇਅਰਸ ਦਿੱਲੀ ਤੋਂ ਆਈ ਹੈ ਤੇ ਇਹ ਕੇਸ ਦੁਬਾਰਾ ਦਿੱਲੀ ਜਾਏਗਾ ਤੇ ਮੈਨੂੰ ਉਮੀਦ ਹੈ ਕਿਉਂਕਿ ਜਿਸ ਹਿਸਾਬ ਦੇ ਇਨੀਸ਼ੀਏਟਿਵ ਉਸ ਵਕਤ ਦੇ ਹੋਮ ਮਿਨਿਸਟਰ ਸਾਹਿਬ ਨੇ ਲਿਆ ਸੀ, ਲੈਟਰ ਆ ਕੇ ਲਿਖੀਆਂ ਸਨ, ਤੇ ਮੇਰੀ ਪੂਰੀ ਕੋਸ਼ਿਸ਼ ਰਹੇਗੀ ਮੈਂ ਲੌਜਿਕ ਲੈਣ ਤੱਕ ਇਸ ਚੀਜ਼ ਨੂੰ ਰੂਪ ਪਹੁੰਚਾਵਾਂਗਾ, ਇਸ ਚੀਜ਼ ਨੂੰ ਲੈ ਕੇ ਜਾਵਾਂਗਾ ताकि फॉलो भी कर रहे हैं डे टू डे बेसिस मैं फॉलो कर रहा। सैकटरी फोन भी करना कंसर्ट भाई ये फाइल कितने पहुंची है तो नाल लैटर अगे के भेज फॉरवर्ड करते हैं। मैनू तसल्ली उस दिन मिलेगी जिस दिन मैं अपने कम्यूनिटी के 14 लोगों को 1 लाख टोटल मिलेगा, जिस दिन इन्होंने 7.5 लाख रुपया होर नहीं मिलता। एट होम मिनिस्टर साहब ने लिखा सी एट पार विद रियासी तलवाड़ा या एट पार विद अदर स्टेट्स जो तुसीं क्लेम देंदे हो तो इन्हां नाल भी दिता जाए ताकि इन्हों ना लगे कि इन्हां नाल बहुत वड्डी बेइंसाफी हुई है। सो ये कार्रवाई पिछले 2 सालों से चल रही है तो मैं उम्मीद करदा इस बार मैं डीजीपीसी ਨੂੰ ਵੀ ਕਿਹਾ ਸੀ ਭਾਈ ਤੁਸੀਂ ਨਗਰ ਕੀਰਤਨ ਦੇ ਵਿੱਚ ਉਹਦੇ ਬਾਅਦ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਦ ਰੈਜ਼ੋਲੂਸ਼ਨ ਪੜ੍ਹਦੇ ਹੋ ਨਾ ਉੱਥੇ ਵੀ ਇਹ ਚੀਜ਼ਾਂ ਕਰਦੇ ਆ ਕਰੋ। ਲੇਕਿਨ ਕਈ ਵਾਰੀ ਬਦਕਿਸਮਤੀ ਰਹਿੰਦੀ ਹੈ ਕੋਈ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਹਨ, ਇੱਕ ਦੋ ਵਾਰੀ ਰੈਜ਼ੋਲੂਸ਼ਨ ਪੜ੍ਹਦੇ ਹਨ ਦੁਬਾਰਾ ਇਹ ਡਿਮਾਂਡਾਂ ਛੱਡ ਦਿੰਦੇ ਹਨ, ਕੋਈ ਹੋਰ ਨਵੀਆਂ ਡਿਮਾਂਡਾਂ ਐਡ ਕਰ ਦਿੰਦੇ ਹਨ। ਤਾਂ ਇਹਨਾਂ ਲੋਕਾਂ ਦੀ ਬਾਹ ਫੜਨਾ ਵੀ ਸਾਡਾ ਕੰਮ ਬਣਦਾ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀ ਕਹਿੰਦੇ ਚੈਰਿਟੀ ਬਿਗਨਸ ਐਟ ਹੋਮ लोगों का करिए समाज का करिए क्योंकि मानस की जात सब एक पहचान वो कहने अरदास भी कहने नानक नाम चढ़दी कला तेरे बहाने सरबत का भला। लेकिन मैं समझदा चैरिटी बिगिनस एट होम थोड़ा जिहा वो भी साडा फर्ज बनता है, पूरे समाज का फिक्र करिए लेकिन अपनी कम्यूनिटी के बारे में जरूर थोड़ा बहुत कुछ सोचिए। वो साडे नुमाइंदों का भी फर्ज बनता है तो साडे जैसे एक्टिविस्ट होए मैं समझना फर्ज बनता है। उसी फर्जों की आपूर्ति करते हुए मैं पिछले 2 साल तो कोशिश कर रहा, रिकॉर्ड सारा मेरे को पेदा। अगर किसी ने कोई डाटा 89 के बारे 84 के बारे कोई जानना होवे कौन लोग सन, मरण वालों की गिनती कितनी सी, इंजर्ड कौन सन, कौन कौन लोग सन, किन्होंने कितना कितना क्लेम मिलिया, ये सारी डिटेल मेरे को पेदी है। कोई वीर अगर देखना चाहे तो मेरे को आके देख सकता है। सानू उम्मीद है कि रियासती सरकार इस चीज़ को जरूर संज्ञान लेगी और जो कंसर्न फाइलों डिविजनल कमिश्नर दोबारा रेवन्यू सैकटरी को गई हैं या होम कमिश्नर को गई हैं वो इसका संज्ञान लैणगे। और एल जी साहब ने भी असीं अज तो 8-9 महीने पहले मिले सी, ਅਸੀਂ ਉਹਨੂੰ ਵੀ ਕਿਹਾ ਸੀ ਇਹ ਸਾਡੇ ਕਲੇਮ ਇਹਨਾਂ ਲੋਕਾਂ ਨਾਲ ਬੜੀ ਬੇਇਨਸਾਫੀ ਹੋਈ ਦੀ ਹੈ, ਇਹ ਫਾਈਲਾਂ ਕੰਸਰਨ ਡਿਪਾਰਟਮੈਂਟਸ ਨੇ, ਤੁਸੀਂ ਪਲੀਜ਼ ਉਹਨਾਂ ਨੂੰ ਥੋੜਾ ਇਸ ਬਾਰੇ ਕਹੋ ਕਿ ਜਲਦੀ ਕਰਕੇ ਇਹ ਕਲੇਮ ਲੋਕਾਂ ਨੂੰ ਕਿਉਂਕਿ 32 ਸਾਲ ਹੋ ਗਏ ਹਨ ਇਹਨਾਂ ਲੋਕਾਂ ਨੂੰ ਉਹ ਕਲੇਮ ਨਹੀਂ ਮਿਲਿਆ। ਸੋ ਇਹ ਕਲੇਮ ਦਿਵਾਉਣ ਦੇ ਲਈ ਕੋਸ਼ਿਸ਼ ਕਰੋ ਜੋ ਡਿਊ ਕੰਪਨਸੇਸ਼ਨ ਹੈ। ਅਸੀਂ ਇਹ ਨਹੀਂ ਕਹਿੰਦੇ ਅਗਰ ਹਿੰਦੁਸਤਾਨ 'ਚ
5 ਲੱਖ ਮਿਲਦਾ ਤਾਂ ਸਾਨੂੰ 10 ਲੱਖ ਦੇ ਦਿਓ। ਨਹੀਂ, ਜੋ ਤੁਹਾਡੀ ਬਣੀ ਹੈ ਰੂਟੀਨ ਬਣੀ ਹੈ, ਜੋ ਤੁਸੀਂ ਡਿਸੀਜਨ ਲਿਆ ਵੀ ਅਗਰ ਰਾਈਟ ਸਿਸਟਮ ਕਿਤੇ ਹੁੰਦੇ ਹਨ ਤਾਂ ਕਿੰਨਾ ਕਲੇਮ ਦੇਣਾ ਚਾਹੀਦਾ। ਅਸੀਂ ਉਹ ਕਹਿ ਰਹੇ ਹਾਂ ਵੀ ਇਹਨਾਂ ਲੋਕਾਂ ਨੂੰ ਅਜੇ ਤੱਕ ਨਹੀਂ ਮਿਲਿਆ ਕਿਉਂਕਿ ਕਿਸੇ ਸਾਡੇ ਲੀਡਰ ਨੇ ਫਾਲੋ ਹੀ ਨਹੀਂ ਕੀਤਾ। ਹੁਣ ਅਗਰ ਅਸੀਂ ਫਾਲੋ ਸ਼ੁਰੂ ਕੀਤਾ, 2 ਸਾਲ ਤੋਂ ਰਿਕਾਰਡ ਸਾਰਾ ਮੇਰੇ ਕੋਲ ਪਿਆ, ਕੋਈ ਦਿਖਣਾ ਚਾਹਵੇ ਤਾਂ ਮੇਰੇ ਕੋਲ ਇੱਕ ਚੀਜ਼ ਦੇਖ ਸਕਦਾ ਹੈ, ਹੋਮ ਮਿਨਿਸਟਰੀ ਦੀਆਂ ਲੈਟਰਾਂ, ਗਵਰਨਰ ਸਾਹਿਬ ਦੀਆਂ ਲੈਟਰਾਂ, ਡਿਜ਼ਾਸਟਰ ਮੈਨੇਜਮੈਂਟ ਦੀਆਂ ਲੈਟਰਾਂ, ਡੀਸੀ ਜੰਮੂ ਦੀਆਂ ਲੈਟਰਾਂ, ਸਾਰਾ ਰਿਕਾਰਡ ਮੇਰੇ ਕੋਲ ਪਿਆ ਹੈ। ਤੇ ਅਸੀਂ ਕੋਸ਼ਿਸ਼ ਕਰਾਂਗੇ, ਤਦੇ ਮੈਨੂੰ ਤਸੱਲੀ ਹੋਏਗੀ। ਅਸੀਂ ਗੁਰਪੁਰਬ ਤੇ ਮਨਾ ਲੈਂਦੇ ਹਾਂ, ਲੇਕਿਨ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਪਿੱਛੇ ਭੁੱਲ ਜਾਂਦੇ ਹਾਂ। ਜਿਹੜੇ ਲੋਕ ਉਦੋਂ ਸਫ਼ਰ ਕੀਤਾ, ਜਿਨ੍ਹਾਂ ਲੋਕਾਂ ਦੇ ਘਰ-ਬਾਰ ਉੱਜੜ ਗਏ, ਜਿਨ੍ਹਾਂ ਲੋਕਾਂ ਦੀ ਮਾਲੀ ਹਾਲਤ ਕਈਆਂ ਵਿਚਾਰਿਆਂ ਦੀ ਕਾਫੀ ਕਮਜ਼ੋਰ ਹੋਵੇਗੀ, ਉਹਨੂੰ ਅਸੀਂ ਬਾਹ ਪਕੜ ਤੋਂ ਪਿੱਛੇ ਛੱਡ ਦਿੰਦੇ ਹਾਂ, ਗੁਰੇਜ਼ ਕਰਦੇ ਹਾਂ। ਇਹ ਨਹੀਂ ਹੋਣਾ ਚਾਹੀਦਾ। ਔਰ ਖਾਸ ਕਰਕੇ ਮੈਂ ਆਪਣੇ ਨੌਜਵਾਨਾਂ ਨੂੰ ਕਹਾਂਗਾ, ਅਸੀਂ ਕਈ ਵਾਰੀ ਬੜੇ ਰਿਹਾਇਸ਼ ਜਾ ਕੇ ਐਸੇ ਨਾਰੇ ਮਾਰਦੇ ਹਾਂ, ਐਸੀ ਚੀਜ਼ਾਂ ਕਰਦੇ ਹਾਂ। ਉੱਥੇ ਵੀ ਕਈ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਐਸੇ ਨਾਰੇ ਨਾ ਮਾਰੇ ਜਾਣ, ਲੇਕਿਨ ਫਿਰ ਵੀ ਸਾਡੇ ਲੋਕ ਜਜ਼ਬਾਤੀ ਹੋ ਕੇ ਕੁਛ ਐਸੀਆਂ ਗੱਲਾਂ ਕਰ ਜਾਂਦੇ ਹਨ। ਬਾਅਦ ਵਿੱਚੋਂ ਜੋ ਲੋਕ ਭੁਗਤਦੇ ਨੇ ਨਾ, ਉਹਨਾਂ ਦੇ ਘਰ ਜਾ ਕੇ ਪੁੱਛਿਆ ਕਰੋ ਕਿ ਉਹਨਾਂ ਦਾ ਖਾਣਾ ਕਿਸ ਤਰ੍ਹਾਂ। ਹਮੇਸ਼ਾ ਹੀ ਸੋਚ ਲੈ ਕੇ ਚੱਲਣਾ ਚਾਹੀਦਾ ਕਿ ਬੀ ਪ੍ਰੈਕਟੀਕਲ, ਹਮੇਸ਼ਾ ਜਿੱਥੇ ਜੋਸ਼ ਰੱਖੋ ਉੱਥੇ ਨਾਲ ਹੋਸ਼ ਵੀ ਜ਼ਰੂਰ ਕਾਇਮ ਰੱਖੋ। ਪਰ ਇਹਦੇ ਨਾਲ ਸਾਡੀ ਕਮਿਊਨਿਟੀ ਨੂੰ ਕੋਈ ਨੁਕਸਾਨ ਤਾਂ ਨਹੀਂ ਹੋਏਗਾ, ਫਾਇਦਾ ਹੋਣ ਦੇ ਬਜਾਏ ਉਲਟਾ ਨੁਕਸਾਨ ਹੋ ਜਾਂਦਾ ਹੈ। 14 ਲੋਕਾਂ ਦੇ ਮੈਂ ਸਮਝਦਾ ਕਿਸੇ ਨੇ ਇਹਨਾਂ ਲੋਕਾਂ ਦੀ ਬਾਹ ਨਹੀਂ ਫੜੀ ਹੋਗੀ। 1-2 ਮਹੀਨੇ ਗੱਲ ਗਰਮ ਰਹਿੰਦੀ ਹੈ, ਲੋਕੀ ਪੁੱਛਦੇ ਹਨ, ਉਹਦੇ ਬਾਅਦ ਭੁੱਲ ਜਾਂਦੇ ਹਨ। ਕਿਤੇ ਬੱਚੇ ਸਨ, ਉਹਨਾਂ ਦਾ ਬਾਪ ਸਿਰ ਤੋਂ ਚਲਾ ਗਿਆ, ਕਿਸੇ ਦਾ ਵੱਡਾ ਭਰਾ ਕੋਈ ਸੋਰਸ ਆਫ ਇਨਕਮ ਜਿਹਦੀ ਸੀ, ਕਮਾਈ ਦਾ ਜ਼ਰੀਆ ਸੀ, ਉਹ ਚਲਾ ਗਿਆ। ਉਹਨਾਂ ਦੀ ਬਾਹ ਫੜਨਾ ਵੀ ਸਾਡਾ ਲੋਕਾਂ ਦਾ ਕੰਮ ਬਣਦਾ, ਸਾਡੇ ਸਮਾਜ ਦਾ ਕੰਮ ਬਣਦਾ। ਸੋ ਮੈਨੂੰ ਦੁੱਖ ਹੁੰਦਾ ਜਦ ਅਸੀਂ ਗੱਲਾਂ ਸੁਣੀਆਂ ਤੇ ਸਾਡੇ ਕੋਲ ਇੱਕ ਬੜਾ ਪਾਵਰਫੁਲ ਟੂਲ ਮਿਲਿਆ RTI, ਉਹਦੇ ਤਹਿਤ ਮੈਂ ਇਹ ਚੀਜ਼ਾਂ ਕਰਕੇ ਪੋਸੀਬਲ ਹੋਈਆਂ। ਅਗਰ RTI ਨਾ ਹੁੰਦਾ ਤਾਂ ਸ਼ਾਇਦ ਇਹ ਇਨਫੋਰਮੇਸ਼ਨ ਅੱਜ ਮੇਰੇ ਹੱਥ 'ਚ ਨਾ ਹੁੰਦੀ, ਮੈਨੂੰ ਮਿਨਿਸਟਰੀ ਆਫ ਹੋਮ ਅਫੇਅਰਸ ਤੋਂ ਡਾਟਾ ਨਾ ਮਿਲਿਆ ਹੁੰਦਾ, ਮੈਨੂੰ DC ਰਿਆਸੀ ਕੋਲੋਂ ਡਾਟਾ ਨਾ ਮਿਲਦਾ। ਇਹ ਡਾਟਾ ਮਿਲਿਆ ਤਦ ਮੈਂ ਅੱਗੇ ਕਾਰਵਾਈ ਕੀਤੀ, ਔਰ ਉਮੀਦ ਕਰਦਾ ਅੱਗੇ ਵੀ ਜਿੱਥੇ ਤੇ ਜ਼ਰੂਰਤ ਪਏਗੀ ਇਹਨੂੰ ਜ਼ਰੂਰ ਫਾਲੋ ਕਰਾਂਗਾ। ਔਰ ਆਪਣੇ ਉਹਨਾਂ ਵੀਰਾਂ ਭੈਣਾਂ ਬਜ਼ੁਰਗਾਂ ਦੇ 14 ਪਰਿਵਾਰਾਂ ਨੂੰ ਮੈਂ ਹੱਕ ਪਰ ਇਨਸਾਫ ਜ਼ਰੂਰ ਦਵਾਉਣ ਦੀ ਕੋਸ਼ਿਸ਼ ਕਰਾਂਗਾ। ਔਰ ਗੁਰੂ ਮਹਾਰਾਜ ਮੈਨੂੰ ਹਿੰਮਤ ਬਖਸ਼ੇ ਕਿ ਮੈਂ ਲੜਾਈ ਲੜਦਾ ਰਹਾਂ ਜਦ ਤੱਕ ਉਹਨਾਂ ਨੂੰ ਕਲੇਮ ਨਹੀਂ ਮਿਲਦਾ। ਤਾਂ ਮੇਰਾ ਰਹੇਗਾ ਟਾਰਗੇਟ, ਇਹਨਾਂ ਲੋਕਾਂ ਨੂੰ ਕਲੇਮ ਦਵਾਉਣਾ ਹੀ ਮੇਰਾ ਇੱਕ ਮਕਸਦ ਹੈ। ਉਹਨਾਂ ਨੂੰ ਕਲੇਮ ਮਿਲੇਗਾ ਕਿਉਂਕਿ ਬਾਕੀ ਨਾ ਤੇ ਕੋਰਟ ਦੀ ਵਿਟਨੈਸਿਸ ਹੋਣੀਆਂ ਨੇ ਤੇ ਨਾ ਹੀ ਅੱਜ ਦੀ ਡੇਟ ਦੇ ਵਿੱਚ ਅਗਰ ਅਸੀਂ ਉਹ ਗੱਲ ਕਹੀਏ ਵੀ ਅੰਸਾਰੀ ਕਮਿਸ਼ਨ ਦੀ ਰਿਪੋਰਟ ਪਬਲਿਸ਼ ਕਰੋ, ਕੁਝ ਹੋ ਜਾਏਗਾ, ਕੁਝ ਨਹੀਂ ਹੋਣ ਵਾਲਾ। 32 ਸਾਲਾਂ ਦੇ ਬਾਅਦ ਕਈ ਮਰ ਗਏ ਹੋਣਗੇ, ਵਿਟਨੈਸਿਸ ਮਰ ਗਈਆਂ ਹੋਣਗੀਆਂ, ਇਹ ਕੇਸ ਦੁਬਾਰਾ ਉਹ ਬਾਰਿਆ ਨਹੀਂ ਜਾ ਸਕਦਾ। ਲੇਕਿਨ ਫਿਰ ਵੀ ਉਹਨਾਂ ਦੀ ਜ਼ਖਮਾਂ ਤੇ ਮਰਹਮ ਅਸੀਂ ਤਈਆਂ ਲਗਾ ਸਕਦੇ ਹਾਂ ਅਗਰ ਉਹਨਾਂ ਨੂੰ ਡਿਊ ਕੰਪਨਸੇਸ਼ਨ ਫਾਈਨੈਂਸ਼ੀਅਲ ਤੌਰ ਤੇ ਉਹਨਾਂ ਦੀ ਮਦਦ ਕੀਤੀ ਜਾਵੇ, ਜੋ ਬਾਕੀ ਰਾਈਟ ਸਿਸਟਮ ਦੀ ਕੀਤੀ ਗਈ ਹੈ। ਔਰ ਜੋ ਉਹਨਾਂ ਦਾ ਮੁਆਵਜ਼ਾ ਦੁਕਾਨਾਂ ਜਲੀਆਂ, ਜਿਹਨਾਂ ਦੀ ਗੱਡੀਆਂ ਜਲੀਆਂ, ਉਹਨਾਂ ਨੂੰ ਵੀ 100% ਪੂਰਾ ਮੁਆਵਜ਼ਾ ਦਿੱਤਾ ਜਾਵੇ। ਅੰਸਾਰੀ ਕਮਿਸ਼ਨ ਦੀ ਰਿਪੋਰਟ ਪਬਲਿਸ਼ ਨਹੀਂ ਕੀਤੀ, ਚਲੋ ਛੱਡ ਦਿਓ, ਲੇਕਿਨ ਉਹਦੀ ਰਿਕਮੈਂਡੇਸ਼ਨ ਤਾਂ ਸਰਕਾਰ ਨੂੰ ਮੰਨਣੀ ਚਾਹੀਦੀ ਹੈ ਨਾ। ਰਿਕਮੈਂਡੇਸ਼ਨ ਮੰਨ ਕੇ ਉਸਦੀ ਰਿਕਮੈਂਡੇਸ਼ਨ ਮੰਨੋ, ਮੇਰੀ ਗੱਲ ਮਤ ਸੁਣੋ। ਜੋ ਅੰਸਾਰੀ ਕਮਿਸ਼ਨ ਨੇ ਰਿਕਮੈਂਡੇਸ਼ਨ ਦਿੱਤੀਆਂ ਸਨ ਭਾਈ ਉਹਨਾਂ ਨੂੰ 100% ਕਲੇਮ ਦਿੱਤਾ ਜਾਵੇ, ਜਿਨ੍ਹਾਂ ਦੀਆਂ ਦੁਕਾਨਾਂ ਜਾਂ ਜਿਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਸੀ। ਤਾਂ ਇਤਨੀਆਂ ਮੇਰੀਆਂ ਬੇਨਤੀਆਂ ਸਨ ਆਪਣੀ ਸੰਗਤ ਨੂੰ ਕਮ ਸੇ ਕਮ ਤੁਹਾਡੇ ਰਾਹੀਂ ਦੱਸਣੀ ਵੀ 89 ਦੇ ਵਿੱਚ 84 ਚ ਕੀ ਹੋਇਆ, 89 ਚ ਕੀ ਹੋਇਆ, ਕਿਹਨਾਂ ਲੋਕਾਂ ਨੂੰ ਕਲੇਮ ਮਿਲੇ ਜਾਂ ਕਿਹਨਾਂ ਨੂੰ ਨਹੀਂ ਮਿਲੇ। ਔਰ ਮੈਨੂੰ ਉਮੀਦ ਹੈ ਕਿ ਇਹਨਾਂ 14 ਲੋਕਾਂ ਨੂੰ ਕਲੇਮ ਸ਼ਾਇਦ ਗੁਰੂ ਕਰੇ। ਜਿਸ ਤਰੀਕੇ ਨਾਲ ਅਸੀਂ ਲੱਗੇ ਹਾਂ, ਔਰ ਸਰਕਾਰ ਵੀ ਅਗਰ ਕੁਝ ਕੋਆਪਰੇਟ ਕਰਦੀ ਹੈ ਤਾਂ ਡੈਫੀਨੇਟਲੀ ਕੁਛ ਹੀ ਦੇਰ ਤੱਕ ਸ਼ਾਇਦ ਇਹਨਾਂ ਇਸ ਤਰ੍ਹਾਂ ਕੁਛ ਨਾ ਕੁਛ ਕਲੇਮ ਦਾ ਰਸਤਾ ਜ਼ਰੂਰ ਖੁੱਲੇਗਾ। ਅਗਰ ਨਾ ਵੀ ਹੋਇਆ ਤਾਂ ਮੈਂ ਵੀ ਇਹਨਾਂ ਨੂੰ ਵਾਅਦਾ ਕਰਦਾ, ਅਗਰ ਮੈਨੂੰ ਜੁਡੀਸ਼ੀਅਲ ਇੰਟਰਵੈਂਸ਼ਨ ਲੈਣੀ ਪਈ, ਆਨਰੇਬਲ ਹਾਈ ਕੋਰਟ ਹੀ ਜਾਣਾ ਪਿਆ, ਤਾਂ ਉਹਦੇ ਲਈ ਮੈਂ ਉੱਥੇ ਵੀ ਜਾਵਾਂਗਾ। ਕਿਉਂਕਿ ਹੁਣ ਮੇਰੇ ਕੋਲ ਕਾਫੀ ਡਾਟਾ ਹੋ ਚੁੱਕਿਆ ਹੈ ਇਹਨਾਂ ਲੋਕਾਂ ਨੂੰ ਕਲੇਮ ਦਿਵਾਉਣ ਦੇ ਲਈ ਕੀ ਕੀਤਾ ਜਾ ਸਕਦਾ ਹੈ। ਤੇ ਮੈਂ ਉੱਥੇ ਵੀ ਜ਼ਰੂਰ ਕੋਰਟ ਦਾ ਦਰਵਾਜ਼ਾ ਵੀ ਜ਼ਰੂਰ ਖੜਕਾਵਾਂਗਾ, ਉਹ ਆਪਸ਼ਨ ਵੀ ਮੈਂ ਖੁੱਲੀ ਰੱਖਾਂਗਾ ਤਾਂ ਕਿ ਇਹਨਾਂ 14 ਲੋਕਾਂ ਦੇ ਲਈ ਜੋ ਮੈਂ ਜੰਗ ਸ਼ੁਰੂ ਕੀਤੀ ਹੈ ਉਸ ਨੂੰ ਕਿਤੇ ਲਾਸਟ ਫਾਈਨਲ ਕੰਕਲੂਡਿੰਗ ਐਂਡ ਤੱਕ ਪਹੁੰਚਾ ਸਕਾਂ, ਲੌਜੀਕਲ ਐਂਡ ਤੱਕ ਨੂੰ ਲੈ ਕੇ ਜਾ ਸਕਾਂ। ਬਿਲਕੁਲ ਵੀਰ ਜੀ, ਔਰ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਇਨੀਸ਼ੀਏਟਿਵ ਲਿਆ ਹੈਗਾ, ਇੱਕ ਉਮੀਦ ਦੀ ਕਿਰਨ ਜਾਗੀ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਪਰਿਵਾਰਾਂ ਦੇ ਜੀ ਚਲੇ ਗਏ ਨੇ। ਕਿਉਂਕਿ ਕਹਿੰਦੇ ਨੇ ਨਾ, ਜਿਸ ਤਨ ਲਾਗੇ ਸੋ ਤਨ ਜਾਣੇ, ਅੱਜ ਦਾ ਜ਼ਮਾਨਾ ਇਹ ਹੈ। ਲੇਕਿਨ ਜੋ ਇਨੀਸ਼ੀਏਟਿਵ ਤੁਸੀਂ ਲਿਆ, ਕੀ ਪਤਾ ਕਿ ਉਹਨਾਂ ਲੋਕਾਂ ਨੂੰ ਇੱਕ ਹੌਸਲਾ ਮਿਲਦਾ ਕਿ ਕੋਈ ਸਾਡੇ ਨਾਲ ਖੜਾ ਹੋਇਆ ਹੈ, ਕਿ ਚਲੋ ਸਾਡੀ ਕੋਈ ਗੱਲ ਪਹੁੰਚਾਏਗਾ ਅੱਗੇ ਤੱਕ। ਤਾਂ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਵਾਹਿਗੁਰੂ ਪਰਮਾਤਮਾ ਨੂੰ, ਜੋ ਵੀ ਤੁਸੀਂ ਕਦਮ ਚੁੱਕਿਆ ਵਾਹਿਗੁਰੂ ਪਰਮਾਤਮਾ ਨਾਲ ਹੋ ਕੇ ਤੁਹਾਨੂੰ ਇਸ ਚੀਜ਼ ਦੇ ਵਿੱਚ ਕਾਮਯਾਬੀ ਦਿਵਾਉਣ, ਕਿ ਅਗਰ ਤੁਸੀਂ ਕਿਸੇ ਦੇ ਲਈ ਚੰਗਾ ਕੰਮ ਕਰ ਰਹੇ ਹੋ ਤਾਂ ਪਰਮਾਤਮਾ ਅੰਗ ਸੰਗ ਸਹਾਈ ਹੋ ਕੇ ਉਸ ਕੰਮ ਨੂੰ ਨੇਪਰੇ ਜ਼ਰੂਰ ਚਾੜਦੇ ਨੇ। ਔਰ ਜਿਸ ਤਰ੍ਹਾਂ ਦੇ ਨਾਲ ਤੁਸੀਂ ਇਹ ਗੱਲ ਚੁੱਕੀ ਹੈ 1989 ਦੇ ਜਿਹੜਾ ਬੇਦੋਸ਼ੀ ਸਿੱਖ ਕਤਲੇਆਮ ਹੋਇਆ, ਉਹ ਗੱਲ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਨਾ ਤਾਂ ਕੋਈ ਇਨਸਾਫ ਮਿਲਿਆ, ਨਾ ਕੋਈ ਬਣਦਾ ਮੁਆਵਜ਼ਾ, ਜਿੱਦਾਂ ਤੁਹਾਡਾ ਕਹਿਣਾ ਕਿ ਨਾ ਕੋਈ ਬਣਦਾ ਮੁਆਵਜ਼ਾ ਮਿਲਿਆ। ਔਰ ਇੱਕ ਮੈਂ ਵੀ ਜਦੋਂ ਰਮਨ ਜੀ ਜਿੱਥੇ ਕਿਤੇ ਗੁਰਦੁਆਰੇ ਜਾਣਾ, ਕਿਤੇ ਮੱਥਾ ਟੇਕਦਾ, ਕਿਤੇ ਪਾਠ ਕਰਨ ਘਰ ਬੈਠਦੇ ਨਾ, ਆਪਣੀ ਅਰਦਾਸ ਦੇ ਵਿੱਚ ਮੈਂ ਇਹ ਗੱਲ ਵੀ ਜ਼ਰੂਰ ਸ਼ਾਮਿਲ ਕਰਦਾ ਕਿ ਗੁਰੂ ਮਹਾਰਾਜ ਜੋ ਇੱਕ ਇਨੀਸ਼ੀਏਟਿਵ ਤੁਹਾਡਾ ਨਾਲ ਲੈ ਕੇ, ਤੁਹਾਡਾ ਕੋਰਟ ਤੇ ਆਸਰਾ ਲੈ ਕੇ ਸ਼ੁਰੂ ਕੀਤਾ ਸੀ, ਮੈਨੂੰ ਹਿੰਮਤ ਬਖਸ਼ਿਓ ਕਿ ਔਰ ਕਾਮਯਾਬੀ ਬਖਸ਼ਿਓ
ਇਸ ਕੰਮ ਦੇ ਵਿੱਚ ਮੈਂ ਇਹਨਾਂ 14 ਪਰਿਵਾਰਾਂ ਨੂੰ ਜੋ ਇੱਕ ਉਮੀਦ ਦੀ ਕਿਰਨ ਜਗਾਈ ਹੈ, ਕਮ ਸੇ ਕਮ ਉਹਨਾਂ ਦਾ ਸੁਪਨਾ ਮੈਂ ਸਾਕਾਰ ਕਰ ਸਕਾਂ, ਉਹਨਾਂ ਲੋਕਾਂ ਨੂੰ ਮੈਂ ਕਲੇਮ ਦਵਾ ਸਕਾਂ। ਮੈਂ ਸਮਝਾਂਗਾ ਮੇਰਾ ਜੀਵ ਇੱਥੇ ਆਣਾ ਸਫਲ ਹੋ ਗਿਆ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਇਹ ਸਾਰੀ ਜਾਣਕਾਰੀ ਸਾਡੇ ਸਾਰੀ ਸੰਗਤ ਤੱਕ ਪਹੁੰਚਾਉਣ ਦੇ ਲਈ, ਕਿਉਂਕਿ ਜ਼ਰੂਰੀ ਹੈ ਕਿ ਪਤਾ ਲੱਗੇ ਹਰ ਇੱਕ ਨੂੰ ਕਿ ਕੀ ਹੋਇਆ, ਕਿਉਂਕਿ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਅਸੀਂ ਇੱਕ ਦੂਜੇ ਦੇ ਨਾਲ ਖੜੇ ਹਾਂ, ਲੇਕਿਨ ਨਾਲ ਖੜੇ ਹੋਣਾ ਕੀ ਹੁੰਦਾ, ਉਹ ਸ਼ਾਇਦ ਇਹ ਚੀਜ਼ ਹੈ ਕਿ ਅਗਰ ਕਿਸੇ ਨੂੰ ਇਨਸਾਫ ਦੀ ਜ਼ਰੂਰਤ ਹੈ, ਅਗਰ ਸਹੀ ਗੱਲ ਹੈ, ਸਹੀ ਕਿਸੇ ਦੇ ਹੱਕ ਦੀ ਗੱਲ ਹੈ ਤੇ ਉਹਦੇ ਨਾਲ ਜ਼ਰੂਰ ਖੜੇ ਹੋਵੋ। ਤਾਂ ਇਸ ਤਰ੍ਹਾਂ ਦੇ ਨਾਲ ਅਸੀਂ ਸਾਰੀ ਕਮਿਊਨਿਟੀ ਨੂੰ ਨਾਲ ਲੈ ਕੇ ਜਿਹੜਾ ਸਾਡੀ ਸਾਰੀ ਜਿਹੜੀ ਸਾਡਾ ਸਿੱਖ ਸਮਾਜ ਹੈ ਉਹਨੂੰ ਨਾਲ ਲੈ ਕੇ ਤੁਰ ਸਕਦੇ ਹਾਂ। ਔਰ ਬਹੁਤ ਵਧੀਆ ਜਿਹੜਾ ਉਪਰਾਲਾ ਤੁਹਾਡੇ ਰਾਹੀਂ ਕੀਤਾ ਜਾ ਰਿਹਾ ਹੈ। ਮੈਂ ਫਿਰ ਤੋਂ ਵਾਹਿਗੁਰੂ ਪਰਮਾਤਮਾ ਦੇ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਜੋ ਵੀ ਤੁਸੀਂ ਕੰਮ ਸਹੇੜਿਆ, ਪਰਮਾਤਮਾ ਵਾਹਿਗੁਰੂ ਉਸ ਨੂੰ ਆਪ ਨੇੜੇ ਹੋ ਕੇ ਨੇਪਰੇ ਚਾੜਨ। ਔਰ ਨਾਲ ਹੀ ਇਹ ਵੀ ਅਰਦਾਸ ਕਰੀਏ ਕਿ ਪਰਮਾਤਮਾ ਵਾਹਿਗੁਰੂ ਤੁਹਾਨੂੰ ਬਲ ਤੇ ਬੁੱਧੀ ਇਉਂ ਹੀ ਬਖਸ਼ਣ ਕਿ ਤੁਸੀਂ ਸਮਾਜ ਦੇ ਵਿੱਚ ਰਹਿੰਦੇ ਹੋਏ ਸਮਾਜ ਦੀ ਸੇਵਾ ਕਰਦੇ ਰਹੋ, ਸਾਡੇ ਸਿੱਖ ਸਮਾਜ ਦੀ ਸੇਵਾ ਕਰਦੇ ਰਹੋ, ਔਰ ਪਰਮਾਤਮਾ ਵਾਹਿਗੁਰੂ ਆਪ ਨੇੜੇ ਹੋ ਕੇ ਤੁਹਾਡੇ ਤੋਂ ਸੇਵਾਵਾਂ ਲੈਂਦੇ ਰਹਿਣ। ਤੇ ਫਿਰ ਤੋਂ ਮੇਘਬਾਣੀ ਚੈਨਲ ਦੀ ਪੂਰੀ ਟੀਮ ਦੇ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।